हाँ जी MSc ਦਾ ਹੁਣ ਜਿਹੜਾ ਅਸੀਂ ਟੌਪਿਕ ਕਰਨ ਜਾ ਰਹੇ ਹਾਂ ਬੇਟਾ, ਤੁਹਾਡਾ ਚੈਪਟਰ ਨੰਬਰ 8 ਸੀ ਪ੍ਰੋਜੈਕਸ਼ਨ ਦਾ, ਜਿਸ ਦੇ ਕੁਝ ਟੌਪਿਕ ਤੁਹਾਨੂੰ ਮੈਂ ਸਕਿਪ ਕਰਵਾਏ ਸੀ। ਇੱਕ ਤੁਹਾਡਾ ਚੈਪਟਰ ਹੀ ਛਡਵਾਇਆ ਸੀ ਮੈਂ। ਵੇਟ, ਚੈਪਟਰ ਨੰਬਰ ਤੁਹਾਡਾ 8, ਠੀਕ ਹੈ। ਤਾਂ ਹੁਣ ਇਸ ਚੈਪਟਰ ਦੇ ਵਿੱਚ ਹਾਲਾਂਕਿ ਸਟਾਰਟਿੰਗ ਵਿੱਚ ਕਾਫੀ ਛੋਟੇ ਛੋਟੇ ਹੋਰ ਟੌਪਿਕਸ ਵੀ ਨੇ, ਬਟ ਮੈਂ ਤੁਹਾਨੂੰ ਇੱਕ ਵਾਰ ਅੱਜ ਸਿਰਫ ਇੱਕ 15 ਨੰਬਰ ਦਾ ਲੌਂਗ ਕੁਐਸਚਨ ਜੋ ਜ਼ਿਆਦਾਤਰ 99% ਕਿ ਆਉਂਦਾ ਹੈਗਾ ਡਾਇਰੈਕਟ ਪ੍ਰੋਜੈਕਸ਼ਨ ਦੇ ਉੱਪਰ ਜਾਂ ਪ੍ਰੋਜੈਕਸ਼ਨ ਦੀਆਂ ਟਾਈਪਸ ਦੇ ਉੱਪਰ ਜਾਂ ਪ੍ਰੋਜੈਕਸ਼ਨ ਦੀ ਕਿਸੇ ਇੱਕ ਟਾਈਪ ਦੇ ਉੱਪਰ ਤੁਹਾਨੂੰ ਕੁਐਸਚਨ ਪੁੱਛ ਸਕਦੇ, ਇਹ ਕਵਰ ਕਰਦੇ ਹਾਂ। ਇਹਦੇ ਵਿੱਚ ਕਾਫੀ ਸਾਰੀਆਂ ਵੈਸੇ ਮੈਟ੍ਰਿਕਸ ਵੀ ਨੇ, ਬਟ ਮੈਂ ਤੁਹਾਨੂੰ ਮੈਟ੍ਰਿਕਸ ਦੇ ਵਿੱਚ ਨਹੀਂ ਉਲਝਾਉਂਦੀ, ਟੂ ਦਾ ਪੁਆਇੰਟ ਥਿਓਰੈਟੀਕਲ ਤੁਹਾਨੂੰ ਹੀ ਕਵਰ ਕਰਵਾਉਣੀ ਇਸ ਵੀਡੀਓ 'ਚ। ਤਾਂ ਪ੍ਰੋਜੈਕਸ਼ਨ ਕੀ ਹੈ? ਦੇਖੋ ਹੁਣ ਅਸੀਂ ਹਮੇਸ਼ਾ ਕਰਦੇ ਕੀ ਹਾਂ, ਅਸੀਂ ਕਿਸੇ 3D ਇਮੇਜ ਨੂੰ ਕਿਸੇ 2D ਦੇ ਡਿਸਪਲੇ ਦੇ ਉੱਪਰ ਬਣਾ ਕੇ ਦਿਖਾਉਣੇ ਆ। ਜਿਵੇਂ ਸਪੋਜ਼ ਕਰੋ ਬੇਟਾ ਕਿ ਮੇਰੇ ਕੋਲ ਆ ਇੱਕ ਬਾਕਸ ਪਿਆ ਹੋਇਆ, ਅਸਲ ਦੇ ਵਿੱਚ ਇਹ ਬਾਕਸ ਪਿਆ ਹੋਇਆ, ਠੀਕ ਹੈ। ਆ ਇੱਥੇ ਮੈਂ ਹੁਣ ਇਹਦੀ ਡਰਾਇੰਗ ਕਰਕੇ ਦਿਖਾਉਣੀ ਆ। ਆ ਤਾਂ ਮੇਰਾ 2D ਹੈ ਨਾ, ਠੀਕ ਹੈ। ਜਿੱਥੇ ਮੈਂ ਬਣਾ ਰਹੀ ਹਾਂ ਉਹ ਮੇਰਾ ਪ੍ਰੋਜੈਕਸ਼ਨ ਪਲੇਨ ਹੁੰਦਾ, ਠੀਕ ਹੈ। ਹੁਣ ਮੈਂ ਇਹਦੀ ਡਰਾਇੰਗ ਜਿਹੜੀ ਤੋਂ ਇੱਥੋਂ ਬਣਾ ਕੇ ਦਿਖਾਉਂਗੀ, ਕੁਛ ਇਹਦੀ ਡਰਾਇੰਗ ਮੰਨ ਲਓ, ਤਾਂ ਉਹ ਮੇਰੀ ਹੋਊਗੀ 3D ਨੂੰ 2D ਦੇ ਵਿੱਚ ਕਨਵਰਟ ਕਰਨਾ, ਅਤੇ ਇਹੀ ਕੰਮ ਹੈਗਾ ਸਾਡਾ ਪ੍ਰੋਜੈਕਸ਼ਨ ਦਾ। ਓਕੇ ਹੈ। ਤਾਂ ਹੁਣ ਇਹ 3D ਤੋਂ 2D ਬਣਾਉਣ ਦੇ ਲਈ ਅਸੀਂ ਪ੍ਰੋਜੈਕਸ਼ਨਸ ਨੂੰ ਹੀ ਯੂਜ਼ ਕਰਦੇ ਹਾਂ। ਤਾਂ ਪ੍ਰੋਜੈਕਸ਼ਨ ਦੀ ਅਸੀਂ ਡੈਫੀਨੇਸ਼ਨ ਕੀ ਦੇਵਾਂਗੇ? ਪ੍ਰੋਜੈਕਸ਼ਨ ਦੀ ਡੈਫੀਨੇਸ਼ਨ ਅਸੀਂ ਕਹਿ ਸਕਦੇ ਹਾਂ ਕਿ 3 ਡਾਇਮੈਂਸ਼ਨਲ ਨੂੰ 2 ਡਾਇਮੈਂਸ਼ਨਲ 'ਚ ਕਨਵਰਟ ਕਰਨਾ, ਜਾਂ ਠੀਕ ਹੈ। ਦੀ ਜਨਰਲ ਜਿਹੜੀ ਡੈਫੀਨੇਸ਼ਨ ਜਾਊਗੀ ਪ੍ਰੋਜੈਕਸ਼ਨ ਦੀ, ਉਹ ਹੋਊਗੀ n ਡਾਇਮੈਂਸ਼ਨਲ ਨੂੰ m ਡਾਇਮੈਂਸ਼ਨਲ ਦੇ ਵਿੱਚ ਦਿਖਾਉਣਾ, ਜਿੱਥੇ ਕਿ m ਤੁਹਾਡਾ ਛੋਟਾ ਹੋਊਗਾ n ਤੋਂ। ਬੇਸਿਕ ਜਿਵੇਂ 3D ਨੂੰ 2D 'ਚ ਦਿਖਾ ਰਹੇ ਹਾਂ, ਦੈਟ ਮੀਨਸ ਡਾਇਮੈਂਸ਼ਨ ਉਹਦੀ ਥੋੜ੍ਹੀ ਹੈ। ਵੱਧ ਡਾਇਮੈਂਸ਼ਨ ਵਾਲੇ ਨੂੰ ਘੱਟ ਡਾਇਮੈਂਸ਼ਨ ਦੇ ਵਿੱਚ ਬਣਾ ਕੇ ਅਸੀਂ ਦਿਖਾ ਰਹੇ ਹਾਂ। ਤਾਂ ਇਹ ਚੀਜ਼ ਹੈ ਤੁਹਾਡੀ ਪ੍ਰੋਜੈਕਸ਼ਨ ਦਾ। ਤੁਸੀਂ ਸਿੰਪਲੀਫਾਈ ਲਿਖੋ ਕਿ 3D ਆਬਜੈਕਟਸ ਨੂੰ ਕਿਸੇ 2D ਵਿਊ ਪਲੇਨ ਦੇ ਉੱਪਰ ਡਿਸਪਲੇ ਕਰਵਾਉਣ ਨੂੰ ਹੀ ਅਸੀਂ ਪ੍ਰੋਜੈਕਸ਼ਨ ਕਹਿੰਦੇ ਹਾਂ। ਹੁਣ ਕੋਈ ਵੀ ਪ੍ਰੋਜੈਕਸ਼ਨ ਆ, ਉਹਦੇ ਵਿੱਚ ਆ ਕੁਛ ਟਰਮਸ ਹੋਣਗੀਆਂ, ਸੈਂਟਰ ਆਫ ਪ੍ਰੋਜੈਕਸ਼ਨ, ਪ੍ਰੋਜੈਕਸ਼ਨ ਪਲੇਨ। ਤਾਂ ਸੈਂਟਰ ਆਫ ਪ੍ਰੋਜੈਕਸ਼ਨ ਕੀ ਹੈ ਬੇਟਾ? ਜਿੱਥੇ ਕੋਈ ਸਪੋਜ਼ ਕਰੋ ਇਹ ਇੱਥੇ ਅਸਲ ਦੇ ਵਿੱਚ ਕੋਈ ਚੀਜ਼ ਪਈ ਹੈ, ਠੀਕ ਹੈ। ਜਾਂ ਸਪੋਜ਼ ਕਰੋ ਕਿ ਆਪਾਂ ਕਹਿ ਰਹੇ ਹਾਂ ਕੋਈ ਗੱਡੀ ਖੜੀ ਹੋਈ ਹੈ, ਠੀਕ ਹੈ। ਮੈਂ ਇਸ ਦੀ 2D ਵਿਊ ਜਿਹੜਾ ਪਲੇਨ ਹੈ ਉਸ ਦੇ ਉੱਪਰ ਡਰਾਇੰਗ ਕਰਕੇ ਦਿਖਾਉਣੀ ਹੈ। ਤਾਂ ਮੈਂ ਇੱਥੇ ਬੈਠ ਕੇ ਕਿਸੇ ਇੱਕ ਪੁਆਇੰਟ ਤੋਂ ਆਪਾਂ ਨਹੀਂ ਕਹਿੰਦੇ, ਆਪਾਂ ਦੇਖ ਰਹੇ ਹਾਂ ਹੈ ਨਾ, ਕਿ ਇਹਦੀ ਆਹ ਲਾਈਨ ਮੈਂ ਇੱਥੇ ਜੇ ਬਣਾਉਣੀ ਆ, ਆਹ ਲਾਈਨ ਇੱਥੇ ਜੇ ਬਣਾਉਣੀ ਹੈ। ਤਾਂ ਆਹ ਜਿੱਥੋਂ ਆਪਾਂ ਸਭ ਕਾਸੇ ਨੂੰ ਓਬਜ਼ਰਵ ਕਰ ਰਹੇ ਹਾਂ, ਜਾਂ ਕਰੋ ਤੁਹਾਡੀ ਆਈ ਪੋਜੀਸ਼ਨ, ਉਸ ਨੂੰ ਹੀ ਕਿਹਾ ਜਾਂਦਾ ਸੈਂਟਰ ਆਫ ਪ੍ਰੋਜੈਕਸ਼ਨ। ਪ੍ਰੋਜੈਕਸ਼ਨ ਪਲੇਨ ਹੁੰਦਾ ਉਹ ਸਰਫੇਸ ਜਿਸ ਦੇ ਉੱਪਰ ਅਸੀਂ ਆਬਜੈਕਟ ਬਣਾ ਕੇ ਦਿਖਾਉਣਾ। ਜਿਵੇਂ ਇਹਦੇ ਉੱਪਰ ਅਸੀਂ ਡਰਾਇੰਗ ਬਣਾ ਕੇ ਦਿਖਾ ਰਹੇ ਹਾਂ ਇਹਨਾਂ ਦੀ, ਉਹ ਮੇਰਾ ਪ੍ਰੋਜੈਕਸ਼ਨ ਪਲੇਨ ਹੈ। ਥਰਡ ਹੁੰਦਾ ਤੁਹਾਡਾ ਪ੍ਰੋਜੈਕਟਰ। ਪ੍ਰੋਜੈਕਟਰ ਹੋਰ ਕੁਛ ਨਹੀਂ, ਜਿਹੜੀਆਂ ਲਾਈਨਸ ਆਉਂਦੀਆਂ ਨਾ ਸੈਂਟਰ ਆਫ ਪ੍ਰੋਜੈਕਸ਼ਨ ਤੁਹਾਡੇ ਆਬਜੈਕਟਸ ਤੋਂ ਇੱਧਰ ਨੂੰ ਐਵੇਂ ਜਿਹੜੀਆਂ ਲਾਈਨਸ ਆਉਂਦੀਆਂ ਜਿਹਦੇ ਨਾਲ ਅਸੀਂ ਡਰਾਅ ਕਰਦੇ ਹਾਂ, ਉਹ ਸਾਡੇ ਹੁੰਦੇ ਆ ਪ੍ਰੋਜੈਕਟਰ। ਇਸ ਚੀਜ਼ ਨੂੰ ਪਹਿਲਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਨਾਲ ਐਕਸਪਲੇਨ ਕਰਾਂ, ਜ਼ਿਆਦਾ ਬੈਟਰ ਹੋਊਗਾ। ਹੁਣ ਸਪੋਜ਼ ਕਰੋ ਆਹ ਐਕਚੁਅਲ ਦੇ ਵਿੱਚ ਕੋਈ ਲਾਈਨ ਹੈ, ਠੀਕ ਹੈ। ਆਹ ਮੇਰਾ ਵਿਊ ਪਲੇਨ ਹੈ ਜਿਸ ਦੇ ਉੱਪਰ ਮੈਂ ਡਰਾਅ ਕਰਕੇ ਦਿਖਾਉਣੇ, ਅਤੇ ਇਹ ਮੇਰਾ ਸੈਂਟਰ ਆਫ ਪ੍ਰੋਜੈਕਸ਼ਨ ਹੈ। ਹੁਣ ਇਹ ਜਿਹੜੀਆਂ ਲਾਈਨਸ ਜਾ ਰਹੀਆਂ ਨਾ, ਇਹ ਹੈਗਾ ਮੇਰਾ ਪ੍ਰੋਜੈਕਟਰ। ਕਿਉਂਕਿ ਦੇਖੋ ਆਹ ਜਿਹੜਾ ਹੈ ਮੈਂ ਇੱਥੇ ਮੈਂ ਬਣਾ ਕੇ ਦਿਖਾਤੀ, ਇਹੋ ਲਾਈਨ ਦੀ ਡਰਾਇੰਗ ਮੈਂ ਇੱਥੇ ਵੀ ਬਣਾ ਕੇ ਦਿਖਾਤੀ ਨਾ, ਬਣ ਗਈ, ਠੀਕ ਹੈ। ਬਟ ਉਹ ਜਦੋਂ ਮੈਂ ਦੇਖ ਰਹੀ ਸੀ, ਇੱਥੋਂ ਬੈਠ ਕੇ ਦੇਖ ਰਹੀ ਸੀ, ਬਣਾ ਰਹੀ ਸੀ, ਤਾਂ ਆਹ ਜਿਹੜੀ ਲਾਈਨਸ ਦੇ ਥਰੂ ਮੈਂ ਸੋਚਿਆ ਸੀ ਕਿ ਆਹ ਪੁਆਇੰਟ ਇੱਥੇ ਆ ਜਾਊਗਾ, ਆਹ ਪੁਆਇੰਟ ਇੱਥੇ ਆ ਜਾਊ, ਤਾਂ ਆਪਾਂ ਐਵੇਂ ਸੋਚ ਕੇ ਬਣਾਉਣੇ ਨਾ, ਉਹ ਲਾਈਨਸ ਨੂੰ ਹੀ ਅਸੀਂ ਜਿਹੜਾ ਆਬਜੈਕਟ ਤੋਂ ਸੈਂਟਰ ਆਫ ਪ੍ਰੋਜੈਕਸ਼ਨ ਵੱਲ ਨੂੰ ਲਾਈਨਸ ਜਾ ਰਹੀਆਂ, ਇਹਨਾਂ ਲਾਈਨਸ ਨੂੰ ਹੀ ਅਸੀਂ ਬੋਲਦੇ ਹਾਂ ਪ੍ਰੋਜੈਕਟਰ। ਆਈ ਹੋਪ ਇਹ ਬੇਸਿਕ ਕਲੀਅਰ ਹੈ। ਹੁਣ ਜੇ ਇੰਨਾ ਕਲੀਅਰ ਹੈ ਤਾਂ ਆਪਾਂ ਅੱਗੇ ਚੱਲੀਏ। ਜਿਵੇਂ ਇੱਥੇ ਐਗਜ਼ਾਮਪਲ ਦੇ ਵਿੱਚ ਦਿਖਾਇਆ ਕਿ ਅਸੀਂ ਕੋਈ ਸਾਡਾ ਅਸਲ ਦੇ ਵਿੱਚ ਕੋਈ ਪੁਆਇੰਟ ਹੈ P ਪੁਆਇੰਟ, ਜਿਸ ਨੂੰ ਅਸੀਂ ਸਾਡੇ ਵਿਊ ਪਲੇਨ ਦੇ ਉੱਪਰ ਬਣਾ ਕੇ ਦਿਖਾਉਣਾ ਗਾ, ਠੀਕ ਹੈ। ਤਾਂ ਜੇ ਐਕਚੁਅਲ ਪੁਆਇੰਟ P ਦੇ XYZ 3 ਪੁਆਇੰਟਸ ਨੇ, ਤਾਂ ਅਸੀਂ ਜਿਹੜਾ ਸਾਡਾ ਨਵਾਂ ਪੁਆਇੰਟ P' ਪ੍ਰੋਜੈਕਟਰ ਤੁਹਾਡੇ ਵਿਊ ਪਲੇਨ 'ਤੇ ਬਣਾ ਰਹੇ ਹਾਂ, ਤਾਂ ਉਹਦੇ ਅਸੀਂ ਪੁਆਇੰਟਸ ਦਾ ਨਾਮ ਦੇ ਲਿਆ X', Y', Z', ਠੀਕ ਹੈ। ਤਾਂ ਇਹ ਹੋ ਗਿਆ 3D ਨੂੰ 2 ਤੋਂ 1 'ਚ ਕਨਵਰਟ ਕਰਨ ਦੀ ਸਿੰਪਲ। ਇਹਨਾਂ ਨੇ ਜਸਟ ਪੁਆਇੰਟ ਦੀ ਐਗਜ਼ਾਮਪਲ ਲਈ, ਤੁਸੀਂ ਕੁਛ ਹੋਰ ਵੀ ਐਗਜ਼ਾਮਪਲ ਲੈ ਸਕਦੇ ਹੋ। ਤਾਂ ਪ੍ਰੋਜੈਕਸ਼ਨ ਦਾ ਜਿਹੜਾ ਟੌਪਿਕ ਹੈ ਉਹਨੂੰ ਯੂਜ਼ ਕੀਤਾ ਜਾਂਦਾ ਆਰਕੀਟੈਕਟ, ਇੰਜੀਨੀਅਰ, ਆਰਟੀਸ਼ੀਅਨਸ ਦੁਆਰਾ, ਹੈ ਨਾ, ਪੇਂਟਰਸ ਹੋ ਗਏ, ਇਹਨਾਂ ਸਾਰਿਆਂ ਦੇ ਦੁਆਰਾ ਇਸ ਚੀਜ਼ ਨੂੰ ਯੂਜ਼ ਕੀਤਾ ਜਾਂਦਾ। ਹੁਣ ਮੇਨ 2 ਤਰ੍ਹਾਂ ਦੀ ਪ੍ਰੋਜੈਕਸ਼ਨ ਹੁੰਦੀ ਹੈ, ਪਰਸਪੈਕਟਿਵ ਅਤੇ ਪੈਰਲਲ। ਪਰਸਪੈਕਟਿਵ ਅਤੇ ਪੈਰਲਲ 2 ਟਾਈਪਸ ਹੀ ਆਪਾਂ ਕਰਾਂਗੇ, ਇਹਨਾਂ ਦੇ ਅੱਗੇ ਹੋਰ ਟਾਈਪਸ ਜ਼ਰੂਰ ਆਉਣਗੀਆਂ, ਨਾਲ ਨਾਲ ਉਹ ਵੀ ਤੁਸੀਂ ਕਵਰ ਕਰਨੀਆਂ। ਤਾਂ ਪਰਸਪੈਕਟਿਵ ਪ੍ਰੋਜੈਕਸ਼ਨ ਹੁੰਦੀ ਕੀ ਹੈ ਬੇਟਾ? ਪਹਿਲਾਂ ਆਪਾਂ ਡਾਇਗਰਾਮ ਦੇ ਥਰੂ ਦੇਖਦੇ ਹਾਂ। ਤੁਹਾਨੂੰ ਮੈਂ ਥਿਊਰੀ ਦੇ ਥਰੂ ਜੇ ਡਿਫਰੈਂਸ ਸਮਝਾਵਾਂ ਤਾਂ ਸ਼ਾਇਦ ਇਹਨਾਂ ਬੈਟਰ ਕਲੀਅਰ ਨਾ ਹੋਵੇ ਜਿੰਨਾ ਤੁਸੀਂ ਇਹਨਾਂ ਡਾਇਗਰਾਮਸ ਤੋਂ ਦੇਖੋ। ਇਹ ਪਰਸਪੈਕਟਿਵ ਪ੍ਰੋਜੈਕਸ਼ਨ ਦਾ, ਇਹ ਪੈਰਲਲ ਪ੍ਰੋਜੈਕਸ਼ਨ ਦਾ, ਠੀਕ ਹੈ। ਹੁਣ ਦੇਖੋ ਇਸ ਦੇ ਵਿੱਚ ਵੀ ਤਾਂ ਅਸੀਂ ਇਸ ਲਾਈਨ ਨੂੰ ਇੱਥੇ ਡਰਾਅ ਕਰਕੇ ਦਿਖਾਇਆ,
ਇਸ ਦੇ ਵਿੱਚ ਵੀ ਅਸੀਂ ਇਸ ਲਾਈਨ ਨੂੰ ਇੱਥੇ ਡਰਾ ਕਰਕੇ ਦਿਖਾਇਆ। ਜੇ ਆਪਾਂ ਬੇਸਿਕ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਪਰਸਪੈਕਟਿਵ ਪ੍ਰੋਜੈਕਸ਼ਨ ਦੇ ਵਿੱਚ ਕੀ ਹੁੰਦਾ, ਇੱਕ ਸੈਂਟਰ ਆਫ ਪ੍ਰੋਜੈਕਸ਼ਨ ਤੋਂ ਇੱਕ ਇਹ ਜਿਹੜੀਆਂ ਲਾਈਨਸ ਆ ਜਿੰਨੀਆਂ ਵੀ ਕਿਸੇ ਆਬਜੈਕਟ ਵੱਲਸ ਤੋਂ ਲਾਈਨਸ ਆ ਰਹੀਆਂ ਉਹ ਇੱਕ ਪੁਆਇੰਟ 'ਤੇ ਆ ਕੇ ਮੀਟ ਕਰਨਗੀਆਂ। ਸਪੋਜ਼ ਕਰੋ ਇੱਥੇ ਕੋਈ ਇੱਦਾਂ ਦਾ ਬਾਕਸ ਵੀ ਹੁੰਦਾ ਨਾ ਤਾਂ ਵੀ ਸਾਰੀਆਂ ਲਾਈਨਸ ਜਾ ਕੇ ਇਸ ਪੁਆਇੰਟ 'ਤੇ ਮਿਲਣੀਆਂ ਸੀ ਅਤੇ ਉਹਦੇ ਵਿੱਚ ਇੱਥੇ ਪ੍ਰੋਜੈਕਸ਼ਨ ਵਿਊ 'ਤੇ ਆਪਾਂ ਦੀ ਕੋਈ ਫੋਟੋ ਬਣਾ ਕੇ ਦਿਖਾ ਦੇਣੀ ਸੀ। ਬਟ ਜੇ ਪੈਰਲਲ ਲਾਈਨ ਨੂੰ ਆਪਾਂ ਓਬਜ਼ਰਵ ਕਰੀਏ ਤਾਂ ਇੱਥੇ ਜਿਹੜੀਆਂ ਲਾਈਨਸ ਆ ਕਿਸੇ ਸੈਂਟਰ ਪੁਆਇੰਟ 'ਤੇ ਆ ਕੇ ਮੀਟ ਨਹੀਂ ਹੋ ਰਹੀਆਂ, ਉਹ ਪੈਰਲਲ ਹੀ ਆਉਂਦੀਆਂ, ਇੱਥੇ ਆ ਕੇ ਓਨਾ ਹੀ ਆ ਰਹੀਆਂ। ਤਾਂ ਜੇ ਹੁਣ ਡਿਫਰੈਂਸ ਓਬਜ਼ਰਵ ਕਰਨ ਦੀ ਕੋਸ਼ਿਸ਼ ਕਰੀਏ, ਦੇਖੋ ਇੱਥੇ ਜੇ ਸਾਈਜ਼ ਵੱਡਾ ਸੀ ਲਾਈਨ ਦਾ, ਇੱਥੇ ਆ ਕੇ ਅਸੀਂ ਛੋਟੀ ਦਿਖਾਈ ਹੈ ਪਰਸਪੈਕਟਿਵ ਦੇ ਵਿੱਚ, ਬਟ ਪੈਰਲਲ ਦੇ ਵਿੱਚ ਦੇਖੋ ਅਸੀਂ ਸਾਈਜ਼ ਓਨਾ ਹੀ ਮੇਨਟੇਨ ਕਰਕੇ ਚੱਲੇ ਹਾਂ। ਤਾਂ ਇੱਥੇ ਅਸੀਂ ਕੀ ਕਹਾਂਗੇ ਕਿ ਜਿਹੜੀ ਪਰਸਪੈਕਟਿਵ ਪ੍ਰੋਜੈਕਸ਼ਨ ਉਹਦਾ ਵਰਕਿੰਗ ਦਾ ਤਰੀਕਾ ਕੀ ਆ, ਫੋਟੋ ਅਸੀਂ ਦੋਨਾਂ ਦੇ ਵਿੱਚ ਪੈਰਲਲ ਤੇ ਪਰਸਪੈਕਟਿਵ ਦੋਨਾਂ 'ਚ ਵਿਊ ਪਲੇਨ ਤੇ ਫੋਟੋ ਬਣਾ ਕੇ ਦਿਖਾ ਰਹੇ ਹਾਂ, ਬਟ ਇੱਕ ਦੇ ਵਿੱਚ ਲਾਈਨਸ ਸੈਂਟਰ ਆਫ ਪ੍ਰੋਜੈਕਸ਼ਨ ਵੱਲ ਨੂੰ ਸਾਰੀਆਂ ਮਰਜ ਹੁੰਦੀਆਂ, ਇੱਕ ਦੇ ਵਿੱਚ ਲਾਈਨਸ ਪੈਰਲਲ ਆਉਂਦੀਆਂ ਤੁਹਾਡੇ ਵਿਊ ਪਲੇਨ ਵੱਲ ਨੂੰ, ਅਤੇ ਇਸ ਦੇ ਵਿੱਚ ਸਾਈਜ਼ ਜਿਹੜਾ ਹੈ ਮੇਨਟੇਨ ਨਹੀਂ ਕੀਤਾ ਜਾਂਦਾ। ਪੈਰਲਲ ਦੇ ਵਿੱਚ ਸਾਈਜ਼ ਉਨਾ ਹੀ ਰਹੂਗਾ ਜੋ ਐਕਚੁਅਲ ਦੇ ਵਿੱਚ ਹੈਗਾ। ਤਾਂ ਬੈਟਰ ਆਪਸ਼ਨ ਕਿਹੜੀ ਹੈ, ਬੈਟਰ ਹੈਗੀ ਹੈ ਪਰਸਪੈਕਟਿਵ। ਕਿਉਂਕਿ ਕੋਈ ਵੀ ਅਸੀਂ ਡਰਾਇੰਗ ਕਰ ਰਹੇ ਹਾਂ, ਮੰਨ ਲਓ ਹੁਣ ਮੈਂ ਇੱਕ ਕਾਰ ਅਸਲ ਦੇ ਵਿੱਚ ਮੇਰੇ ਕੋਲ ਖੜੀ ਹੋਈ ਹੈ ਕਿੱਡੀ ਵੱਡੀ ਕਾਰ, ਕਿ ਮੈਂ ਉਹਨੂੰ ਵਿਊ ਪਲੇਨ ਨੂੰ ਜੇ ਮੈਂ ਡਿੱਟੋ ਹੀ ਬਣਾਉਣ ਲੱਗ ਗਈ ਪੈਰਲਲ ਲਾਈਨਸ ਦੇ ਥਰੂ, ਤਾਂ ਮੇਰਾ ਵਿਊ ਪਲੇਨ ਵੀ ਤਾਂ ਕਿੱਡਾ ਵੱਡਾ ਹੋਣਾ ਚਾਹੀਦਾ, ਯਾਨੀ ਕਿ ਇਹ ਚੀਜ਼ ਤਾਂ ਪੋਸੀਬਲ ਨਹੀਂ ਨਾ ਹੋਣੀ। ਤਾਂ ਕਰਕੇ ਪਰਸਪੈਕਟਿਵ ਪ੍ਰੋਜੈਕਸ਼ਨ ਜਿਹੜੀ ਹੈਗੀ ਆ ਉਹ ਸਾਈਜ਼ ਨੂੰ ਛੋਟਾ ਜ਼ਰੂਰ ਕਰਦੀ ਹੈ, ਬਟ ਰੀਅਲਿਸਟਿਕ ਚੀਜ਼ਾਂ ਦਿਖਾਉਣ ਦੇ ਕੈਪੇਬਲ ਹੈਗੀ ਹੈ। ਪੈਰਲਲ ਪ੍ਰੋਜੈਕਸ਼ਨ ਜਿਹੜੇ ਤੁਹਾਡਾ ਹੈਗੀ ਹੈ ਕਿ ਪੈਰਲਲ ਲਾਈਨਸ ਹੁੰਦੀਆਂ ਹੈਗਾ, ਠੀਕ ਹੈ, ਸਾਈਜ਼ ਮੇਨਟੇਨ ਕਰ ਰਹੀ ਹੈ, ਮੇਰਾ ਮੀਨਿੰਗ ਹੈ ਕਿ ਸਾਈਜ਼ ਉੱਡਾ ਹੀ ਰਹਿ ਰਿਹਾ ਬਟ ਰੀਅਲਿਸਟਿਕ ਨਹੀਂ ਹੈ, ਕਿਉਂਕਿ ਇਹਦੇ ਨਾਲ ਅਸੀਂ ਕਿਵੇਂ ਦਿਖਾ ਦਿਆਂਗੇ, ਉੱਡਾ ਵੱਡਾ ਸਾਡੇ ਵਿਊ ਪਲੇਨ ਥੋੜ੍ਹੀ ਹੈ ਜਿੱਡੀ ਵੱਡੀ ਐਕਚੁਅਲ ਦੇ ਵਿੱਚ ਸਾਡੇ ਕੋਲ ਚੀਜ਼ ਹੈ। ਹੁਣ ਕਿ ਜੇ ਜਹਾਜ਼ ਖੜਾ ਤਾਂ ਕਿ ਅਸੀਂ ਜਹਾਜ਼ ਜਿੱਡਾ ਵਿਊ ਪਲੇਨ ਬਣਾ ਕੇ ਉਹਦੀ ਫੋਟੋ ਬਣਾ ਕੇ ਦਿਖਾਵਾਂਗੇ ਤਾਂ ਉਹ ਚੀਜ਼ ਪੋਸੀਬਲ ਨਹੀਂ ਹੁੰਦੀ। ਤਾਂ ਹੁਣ ਵਾਪਸ ਆਪਾਂ ਆਪਣੇ ਟੌਪਿਕ 'ਤੇ ਆਉਣੇ ਆ। ਤਾਂ ਪਰਸਪੈਕਟਿਵ ਪ੍ਰੋਜੈਕਸ਼ਨ ਕੀ ਹੈ, ਪਰਸਪੈਕਟਿਵ ਪ੍ਰੋਜੈਕਸ਼ਨ ਦੇ ਵਿੱਚ ਕੀ ਹੁੰਦਾ, ਤੁਹਾਡੇ ਓਬਜੈਕਟ ਨੂੰ ਜਿਹੜਾ ਹੈਗਾ ਗਾ ਇੱਕ ਓਬਜੈਕਟ ਵੱਲ ਤੋਂ ਆ ਰਹੀਆਂ ਲਾਈਨਸ ਵਿਊ ਪਲੇਨ ਨਾਲ ਟਕਰਾਉਂਦੇ ਹੋਏ ਇੱਕ ਸੈਂਟਰ ਆਫ ਪ੍ਰੋਜੈਕਸ਼ਨ ਉਸ ਪੁਆਇੰਟ 'ਤੇ ਜਾ ਕੇ ਸਾਰੀਆਂ ਮਿਲਦੀਆਂ ਨੇ, ਅਤੇ ਇਸ ਤਰੀਕੇ ਨਾਲ ਜਿਹੜੀ ਹੈਗੀ ਹੈ ਪਰਸਪੈਕਟਿਵ ਦੇ ਵਿੱਚ ਡਾਇਗਰਾਮ ਤੁਹਾਡੀ ਬਣਾਈ ਜਾਂਦੀ ਹੈ। ਪੈਰਲਲ ਦੇ ਵਿੱਚ ਜਿਹੜੇ ਤੁਹਾਡੀਆਂ ਲਾਈਨਸ ਨੇ ਉਹ ਪੈਰਲਲ ਹੀ ਰਹਿੰਦੀਆਂ ਨੇ। ਟਾਈਪਸ ਆਫ ਪ੍ਰੋਜੈਕਸ਼ਨ ਦੀ ਜੇ ਗੱਲ ਕਰੀਏ ਦੋ ਤਾਂ ਅਸੀਂ ਮੇਨ ਕਰ ਹੀ ਲਈਆਂ, ਪਰਸਪੈਕਟਿਵ ਅਤੇ ਪੈਰਲਲ। ਹੁਣ ਪਰਸਪੈਕਟਿਵ ਦੇ ਵਿੱਚ ਅੱਗੇ 3 ਨੇ, 1 ਪੁਆਇੰਟ, 2 ਪੁਆਇੰਟ ਅਤੇ 3 ਪੁਆਇੰਟ। ਅਤੇ ਇਸ ਵੀਡੀਓ ਦੇ ਵਿੱਚ ਅਸੀਂ ਸਿਰਫ ਪਰਸਪੈਕਟਿਵ ਹੀ ਕਵਰ ਕਰਾਂਗੇ, ਨੈਕਸਟ ਵੀਡੀਓ 'ਚ ਅਸੀਂ ਪੈਰਲਲ ਦੀਆਂ ਸਾਰੀਆਂ ਟਾਈਪਸ ਨੂੰ ਕਵਰ ਕਰਦੇ ਹਾਂ। ਤਾਂ ਹੁਣ ਨੈਕਸਟ ਸਾਡਾ ਆਉਂਦਾ ਗਾ ਪਰਸਪੈਕਟਿਵ ਪ੍ਰੋਜੈਕਸ਼ਨ। ਪਰਸਪੈਕਟਿਵ ਪ੍ਰੋਜੈਕਸ਼ਨ ਅਸੀਂ ਪਹਿਲਾਂ ਵੀ ਕੀਤੀ ਹੈ ਕਿ ਪਰਸਪੈਕਟਿਵ ਪ੍ਰੋਜੈਕਸ਼ਨ ਦੇ ਵਿੱਚ ਇੱਕ ਫਾਈਨਾਈਟ ਡਿਸਟੈਂਸ 'ਤੇ ਤੁਹਾਡਾ ਸੈਂਟਰ ਆਫ ਪ੍ਰੋਜੈਕਸ਼ਨ ਹੁੰਦਾ ਗਾ, ਜਿਸ ਵਿੱਚ 3D ਇਮੇਜ ਨੂੰ ਅਸੀਂ ਵਿਊ ਪਲੇਨ ਦੇ ਉੱਪਰ ਬਣਾ ਕੇ ਦਿਖਾਉਣਾ, ਤਾਂ ਅਸੀਂ ਉਹਦੇ ਵੱਲੋਂ ਲਾਈਨਸ ਲੈਂਦੇ ਹਾਂ, ਸਾਰੀਆਂ ਲਾਈਨਾਂ ਜਿਹੜੀਆਂ ਕਿ ਇੱਕ ਪੁਆਇੰਟ 'ਤੇ ਕਨਵਰਜ ਹੁੰਦੀਆਂ, ਠੀਕ ਹੈ, ਉਸ ਪੁਆਇੰਟ ਨੂੰ ਅਸੀਂ ਵੈਨਿਸ਼ਿੰਗ ਪੁਆਇੰਟ ਬੋਲਦੇ ਹਾਂ। ਹੁਣ ਅਸੀਂ ਸੈਂਟਰ ਆਫ ਪ੍ਰੋਜੈਕਸ਼ਨ 'ਤੇ ਬੈਠ ਕੇ ਦੇਖਦੇ ਹਾਂ ਸਾਰੀਆਂ ਲਾਈਨਸ ਉੱਥੇ ਆ ਕੇ ਵੈਨਿਸ਼ਿੰਗ ਹੋ ਰਹੀਆਂ ਨਾ। ਪਰਸਪੈਕਟਿਵ ਪ੍ਰੋਜੈਕਸ਼ਨ ਤੁਹਾਡਾ ਰੀਅਲਿਸਟਿਕ ਵਿਊਜ਼ ਓਬੀਅਸ ਹੈ ਬਣਾ ਕੇ ਦਿਖਾਉਂਦਾ, ਤੁਹਾਨੂੰ ਚੀਜ਼ਾਂ ਨੂੰ ਰੀਅਲ ਬਣਾ ਕੇ ਦਿਖਾਉਂਦਾ, ਬਟ ਉਹਦਾ ਪ੍ਰਪੋਰਸ਼ਨਸ ਉਨਾ ਪ੍ਰੀਜ਼ਰਵ ਨਹੀਂ ਕਰ ਪਾਉਂਦਾ, ਮੀਨਸ ਕਿ ਉਹਦਾ ਸਾਈਜ਼ ਉਨਾ ਨਹੀਂ ਮੇਨਟੇਨ ਕਰ ਪਾਊਗਾ। ਸਾਈਜ਼ ਜ਼ਰੂਰ ਛੋਟਾ ਕਰਕੇ ਹੀ ਤੁਹਾਨੂੰ ਦਿਖਾਇਆ ਜਾਂਦਾ, ਯਾਨੀ ਕਿ ਸਾਈਜ਼ ਜਿਹੜਾ ਹੈ ਉਹ ਚੀਜ਼ਾਂ ਦਾ ਸਮੋਲਰ ਹੋਊਗਾ। ਕਲੀਅਰ ਹੈ? ਤਾਂ ਇਹ ਚੀਜ਼ ਹੁੰਦੀ ਹੈ, ਜਿੰਨੀ ਚੀਜ਼ ਜਿਹੜੀ ਤੁਹਾਡੇ ਪ੍ਰੋਜੈਕਸ਼ਨ ਪਲੇਨ ਦੇ ਕਲੋਜ਼ਰ ਹੋਊਗੀ ਹੈ ਨਾ, ਤਾਂ ਉਸੇ ਅਕੋਰਡਿੰਗ ਅਸੀਂ ਉਹਦੀ ਡਰਾਇੰਗ ਕਵਰ ਕਰਦੇ ਹਾਂ। ਹੁਣ ਜੇ ਵਾਪਸ ਤੋਂ ਨਾ ਇਹ ਪੁਆਇੰਟਸ ਨੂੰ ਅਸੀਂ ਕਵਰ ਕਰਕੇ ਤਾਂ ਪਰਸਪੈਕਟਿਵ ਪ੍ਰੋਜੈਕਸ਼ਨ ਦੇ ਜਿਹੜੇ ਅਸੀਂ ਟਰਮਸ ਯੂਜ਼ ਕਰਦੇ ਇਹਦੇ ਵਿੱਚ SCOP ਯਾਨੀ ਕਿ ਸੈਂਟਰ ਆਫ ਪ੍ਰੋਜੈਕਸ਼ਨ, ਉਹ ਤੁਹਾਡਾ ਇੱਕ ਪੁਆਇੰਟ ਜਿੱਥੇ ਆ ਕੇ ਸਾਰੀਆਂ ਲਾਈਨਸ ਜਿਹੜੀਆਂ ਨੇ ਮਰਜ ਹੁੰਦੀਆਂ। ਵਿਊ ਪਲੇਨ ਜਿਸ ਦੇ ਉੱਪਰ ਅਸੀਂ ਬਣਾ ਕੇ ਦਿਖਾ ਰਹੇ, ਕਿਉਂਕਿ ਅਸੀਂ ਆਹ ਚੀਜ਼ ਦੀ ਫੋਟੋ ਇੱਥੇ ਬਣਾ ਕੇ ਦਿਖਾਈ ਹੈ ਨਾ, ਤਾਂ ਇਹ ਸਾਡਾ ਜਿਹਦੇ ਉੱਪਰ ਅਸੀਂ ਦਿਖਾਈਏ ਉਹ ਸਾਡਾ ਕੀ ਹੈ, ਵਿਊ ਪਲੇਨ ਹੈ। ਜਿਵੇਂ ਕਿ ਡਾਇਗਰਾਮ ਦੇ ਵਿੱਚ ਦਿਖਾਇਆ ਹੋਇਆ ਬੇਟਾ ਕਿ XYZ ਸਾਡੀਆਂ 3D ਕੋਆਰਡੀਨੇਟਸ ਨੇ, ਆਹ ਤੁਹਾਡੀ ਕੋਈ ਐਕਚੁਅਲ ਦੇ ਵਿੱਚ ਲਾਈਨ ਹੈ ਜਿਸ ਨੂੰ ਅਸੀਂ ਵਿਊ ਪਲੇਨ 'ਤੇ ਬਣਾ ਕੇ ਦਿਖਾਇਆ ਹੈਗਾ, ਅਤੇ ਸੈਂਟਰ ਆਫ ਪ੍ਰੋਜੈਕਸ਼ਨ ਵੱਲ ਨੂੰ ਜਿਹੜੀਆਂ ਤੁਹਾਡੀਆਂ ਸਾਰੀਆਂ ਲਾਈਨਸ ਨੇ ਉਹ ਮਰਜ ਹੋ ਰਹੀਆਂ। ਥੋੜ੍ਹਾ ਫਾਸਟ ਕਰਵਾਉਂਗੇ ਕਿਉਂਕਿ ਬਹੁਤਾ ਆਪਾਂ ਇਹਦੇ ਵਿੱਚ ਕਵਰ ਕਰਨਾ ਹੀ ਨਹੀਂ। ਦੈਨ ਨੈਕਸਟ ਇਸ ਦੇ ਵਿੱਚ ਗੱਲ ਕਰੀਏ ਵਿਊ ਪਲੇਨ ਸਾਡਾ ਹੋ ਗਿਆ। ਹੁਣ ਜਿਹੜਾ ਵਿਊ ਪਲੇਨ ਆ, ਵਿਊ ਪਲੇਨ ਦੇ ਵਿੱਚ ਵੀ ਕੀ ਚੀਜ਼ਾਂ ਆਉਂਦੀਆਂ ਕਿ ਤੁਹਾਡਾ ਵਿਊ ਰੈਫਰੈਂਸ ਪੁਆਇੰਟ ਕਿਹੜਾ, ਤੁਹਾਡਾ ਵਿਊ ਪਲੇਨ ਦਾ ਨੋਰਮਲ ਕਿਹੜਾ ਹੈਗਾ। ਇੱਕ ਮਿੰਟ ਤੁਹਾਨੂੰ ਮੈਂ ਇੱਕ ਚੀਜ਼ ਦੱਸ ਦਿਆਂ,
ਹਾਲਾਂਕਿ ਇੱਥੇ ਆਪਾਂ ਇੰਨਾ ਇਹਦੀ ਲੋੜ ਨਹੀਂ ਹੈ, ਬਟ ਵਿਊ ਪਲੇਨ ਦਾ ਨੋਰਮਲ ਮਤਲਬ ਕੀ ਹੁੰਦਾ 90 ਡਿਗਰੀ ਦਾ ਜਦੋਂ ਆਪਾਂ ਐਂਗਲ ਬਣਾਉਣੇ ਆ ਨਾ ਇਸ ਵਿਊ ਪਲੇਨ ਤੋਂ, ਉਹਨੂੰ ਵਿਊ ਪਲੇਨ ਦਾ ਨੋਰਮਲ ਜਿਹਨੂੰ ਕਿ ਐਨ ਨਾਲ ਡਿਨੋਟ ਕਰ ਰਿਹਾ ਉਹ ਹੁੰਦਾ ਤੁਹਾਡਾ ਵਿਊ ਪਲੇਨ ਨੋਰਮਲ। ਦੈਨ ਨੈਕਸਟ ਲੋਕੇਸ਼ਨ ਆਫ ਆਬਜੈਕਟ, ਓਬਵੀਅਸ ਹੈ ਕਿ ਤੁਹਾਡੇ ਆਬਜੈਕਟ ਦੀ ਲੋਕੇਸ਼ਨ ਕਿਹੜੀ ਹੈ, ਇਹ ਚੀਜ਼ ਵੀ ਮੈਟਰ ਕਰਦੀ ਹੈ। ਨੈਕਸਟ ਜਿਹੜਾ ਟੌਪਿਕ ਆ ਰਿਹਾ ਟਰਾਂਸਫੋਰਮੇਸ਼ਨ ਮੈਟ੍ਰਿਕਸ ਆਫ ਪਰਸਪੈਕਟਿਵ ਪ੍ਰੋਜੈਕਸ਼ਨ। ਤੁਸੀਂ ਚਾਹੋ ਤਾਂ ਛੱਡ ਸਕਦੇ ਹੋ, ਮੈਂ ਤੁਹਾਨੂੰ ਬਾਹਲੀ ਡਿਟੇਲ ਦੇ ਵਿੱਚ ਨਹੀਂ ਕਰਵਾ ਰਹੀ ਇਹ ਮੈਟ੍ਰਿਕਸ, ਸਕਿਪ ਵੀ ਕਰ ਸਕਦੇ, ਤੁਹਾਨੂੰ ਐਗਜ਼ਾਮ 'ਚ ਅਲੱਗ ਤੋਂ ਪੁੱਛੀ ਨਹੀਂ ਜਾਂਦੀ ਗੀ, ਬਟ ਵੈਸੇ ਦੱਸ ਦਿੰਦੀ ਹਾਂ ਕਿ ਸਪੋਜ਼ ਕਰੋ ਕਹਿੰਦੇ ਕਿ ਤੁਹਾਡੇ ਕੋਲ ਪਰਸਪੈਕਟਿਵ ਪ੍ਰੋਜੈਕਸ਼ਨ ਉਹਦੀ ਟਰਾਂਸਫੋਰਮੇਸ਼ਨ ਕਿਵੇਂ ਕਰਨੀ ਹੈ, ਤਾਂ ਉਹਦੀ ਟਰਾਂਸਫੋਰਮੇਸ਼ਨ ਕਰਨ ਦੇ ਲਈ ਸੀ ਕਿ ਸਾਡੇ ਕੋਲ ਇੱਕ ਨੋਰਮਲ ਜਿਹਾ ਵੈਸੇ ਫਾਰਮੂਲਾ ਹੈਗਾ ਜਿਹਦੇ ਵਿੱਚ ਕੀ ਹੁੰਦਾ ਕਿ ਸਪੋਜ਼ ਕਰੋ ਤੁਹਾਡਾ ਸੈਂਟਰ ਆਫ ਪ੍ਰੋਜੈਕਸ਼ਨ ਜਿਹੜੇ ਪੁਆਇੰਟਸ ਨੇ ਉਹ ਹੈਗਾ ਐਕਸ ਸੀ, ਵਾਈ ਸੀ ਅਤੇ ਜ਼ੈਡ ਸੀ, ਠੀਕ ਹੈ। ਅਤੇ ਜਿਹੜਾ ਤੁਹਾਡਾ ਆਬਜੈਕਟ ਆ ਉਹ ਹੈਗਾ ਪੀ ਜਿਹੜਾ ਕਿ X1 Y1 Z1 ਦੇ ਵਿੱਚ ਆ, ਠੀਕ ਹੈ। ਅਤੇ ਉਸੇ ਦੇ ਹੀ ਜਿਹੜੀਆਂ ਅਸੀਂ ਨੈਕਸਟ ਪੁਆਇੰਟਸ ਜਿਹੜੀਆਂ ਲੱਭਣੀਆਂ ਨੇ ਤਾਂ X2 Y2 Z2 ਤੁਹਾਡੇ ਇਹ ਪੁਆਇੰਟਸ ਹੋ ਗਏ, ਠੀਕ ਹੈ। ਇਹਨਾਂ ਪੁਆਇੰਟਸ ਨੂੰ ਅਸੀਂ ਪੈਰਾਮੀਟਰਿਕ ਇਕੁਏਸ਼ਨ ਦੀ ਹੈਲਪ ਨਾਲ ਇੱਦਾਂ ਰਿਪਰਜੈਂਟ ਕਰਦੇ ਹਾਂ, ਅਸੀਂ ਇਸਨੂੰ ਇਸ ਤਰੀਕੇ ਨਾਲ ਲਿਖਦੇ ਹੁੰਦੇ ਆਂਗੇ, ਠੀਕ ਹੈ। ਤਾਂ ਹੁਣ ਇਹਦੇ ਵਿੱਚ ਕੀ ਹੈ, ਜਦੋਂ ਤੁਸੀਂ ਇਸ ਚੀਜ਼ ਨੂੰ ਇਹਨੂੰ ਰਿਪਰਜੈਂਟ ਕਰਦੇ ਹੋਗੇ ਇੱਦਾਂ, ਤਾਂ ਹੁਣ ਇਹਦੇ ਵਿੱਚ ਇੱਕ ਚੀਜ਼ ਕੀ ਆਊਗੀ ਪੁੱਤ ਕਿ ਦੇਖੋ ਅਸੀਂ 3D ਤੋਂ 2D ਦੀ ਗੱਲ ਕਰ ਰਹੇ ਹਾਂ, ਜੇ 2D ਦੀ ਗੱਲ ਕਰ ਰਹੇ ਤਾਂ Z ਅਸੀਂ ਕੀ ਅਸਿਊਮ ਕਰਾਂਗੇ, ਓਬਵੀਅਸ 0 ਕੋਈ Z ਤਾਂ ਹੁੰਦਾ ਹੀ ਨਹੀਂ 2D ਦੇ ਵਿੱਚ। ਜਦੋਂ 0 ਮੰਨ ਲਿਆ ਤਾਂ ਅਸੀਂ ਇਸੇ ਫਾਰਮੂਲੇ ਨੂੰ ਘੁਮਾ ਕੇ ਸਾਡੇ ਕੋਲ ਜ਼ੂ ਦੀ ਵੈਲਿਊ ਨਿਕਲ ਆਊਗੀ, ਜਿਹਨੂੰ ਕਿ ਅਸੀਂ ਇਹਨਾਂ ਦੋਨਾਂ ਇਕੁਏਸ਼ਨਸ ਦੇ ਵਿੱਚ ਫਿਲ ਕਰਾਂਗੇ। ਫਿਲ ਕਰਕੇ ਅਸੀਂ X2 ਅਤੇ Y2 ਦੀ ਜਿਹੜੀ ਵੈਲਿਊਜ਼ ਨੇ ਉਹਨਾਂ ਨੂੰ ਦੁਬਾਰਾ ਕੈਲਕੂਲੇਟ ਕਰ ਲਾਂਗੇ, ਅਤੇ ਉਸ ਤੋਂ ਬਾਅਦ ਉਸਦੀ ਮੈਟ੍ਰਿਕਸ ਫਾਰਮ ਦੀ ਰਿਪਰਜੈਂਟੇਸ਼ਨ ਦਿਖਾਈ ਹੈ, ਆਹ ਤੁਹਾਡੀ ਰਹੂਗੀ ਮੈਟ੍ਰਿਕਸ। ਹੁਣ ਤੁਸੀਂ ਚਾਹੋ ਤਾਂ ਤੁਸੀਂ ਡਾਇਰੈਕਟ ਮੈਟ੍ਰਿਕਸ ਇੰਨੀ ਵੀ ਲਿਖ ਸਕਦੇ ਹੋ, ਜਾਂ ਚਾਹੋ ਤਾਂ ਪੂਰਾ ਟੌਪਿਕ ਵੀ ਸਕਿਪ ਕਰ ਸਕਦੇ ਹੋ, ਕਿਉਂਕਿ ਆਪਾਂ ਸਿਰਫ ਥਿਓਰੈਟੀਕਲ ਪੁਆਇੰਟ ਆਫ ਵਿਊ ਤੋਂ ਹੀ ਕਵਰ ਕਰਾਂਗੇ ਮੇਨ ਟੌਪਿਕ ਇਹ। ਐਪਲੀਕੇਸ਼ਨ ਆਫ ਪਰਸਪੈਕਟਿਵ ਪ੍ਰੋਜੈਕਸ਼ਨ ਕਿੱਥੇ ਯੂਜ਼ ਕੀਤੀ ਜਾਂਦੀ ਹੈ, ਤਾਂ ਓਬਵੀਅਸ ਹੈ ਜਿੱਥੇ ਵੀ ਆਰਕੀਟੈਕਚਰ ਵਗੈਰਾ ਦਾ ਕੰਮ ਹੋ ਰਿਹਾ ਹੈ ਨਾ, ਕੋਈ ਆਰਟਿਸਟ ਕੰਮ ਕਰ ਰਿਹਾ, ਕੋਈ ਪੇਂਟਰ ਕੰਮ ਕਰ ਰਿਹਾ, ਸਾਰੇ ਕਿਸ ਪੁਆਇੰਟ ਆਫ ਵਿਊ ਤੋਂ ਕੰਮ ਕਰਦੇ ਆ, ਪਰਸਪੈਕਟਿਵ ਪ੍ਰੋਜੈਕਸ਼ਨਸ ਨੂੰ ਹੀ ਲੈ ਕੇ ਉਹ ਕੰਮ ਕਰਦੇ ਆ। ਪਰਸਪੈਕਟਿਵ ਪ੍ਰੋਜੈਕਸ਼ਨ ਦੇ ਵਿੱਚ ਕੁਝ ਪ੍ਰੋਬਲਮਸ ਨੇ ਜਿਹਨੂੰ ਅਸੀਂ ਅਨੋਮਲੀਜ਼ ਬੋਲਦੇ ਹੈਗੇ। ਤਾਂ ਉਹ ਪਹਿਲੀ ਪ੍ਰੋਬਲਮ ਕੀ ਆ, ਪਰਸਪੈਕਟਿਵ ਫॉर ਸ਼ਾਰਟਨਿੰਗ। ਕੋਈ ਵੀ ਚੀਜ਼ ਹੈ ਦੇਖੋ ਉਹ ਤੁਹਾਨੂੰ ਛੋਟੀ ਦਿਖੂਗੀ, ਕਿਉਂਕਿ ਦੇਖੋ ਵਿਊ ਪਲੇਨ 'ਤੇ ਆਪਾਂ ਓਬਵੀਅਸ ਹੈ ਜਦੋਂ ਵਿਊ ਪਲੇਨ 'ਤੇ ਆਪਾਂ ਇਸ ਚੀਜ਼ ਦੀ ਡਰਾਇੰਗ ਕਰ ਰਹੇ ਹਾਂ, ਜੇ ਐਕਚੁਅਲ ਜਿਸ ਚੀਜ਼ ਐਡੀ ਸੀ ਤਾਂ ਉਹਦਾ ਤੁਹਾਡੇ ਵਿਊ ਪਲੇਨ 'ਤੇ ਜਿਹੜਾ ਸਾਈਜ਼ ਉਹ ਛੋਟਾ ਰਹਿ ਜਾਂਦਾ, ਕਿਉਂਕਿ ਸਾਈਜ਼ ਅਸੀਂ ਉਹਦਾ ਮੇਨਟੇਨ ਨਹੀਂ ਕਰ ਰਹੇਗੇ। ਤਾਂ ਇਹ ਚੀਜ਼ ਇੱਥੇ ਲਿਖਿਆ ਕਿ ਪਰਸਪੈਕਟਿਵ ਫॉर ਸ਼ਾਰਟਨਿੰਗ ਇਜ਼ ਦ ਇਲੂਜ਼ਨ ਦੈਟ ਆਬਜੈਕਟ ਐਂਡ ਲੈਂਥ ਅਪੀਅਰ ਸਮੋਲਰ ਐਜ਼ ਦੇਅਰ ਡਿਸਟੈਂਸ from the center of projection as their distance from the center of projection increase। ਜਿੰਨਾ ਤੁਹਾਡਾ ਸੈਂਟਰ ਆਫ ਪ੍ਰੋਜੈਕਸ਼ਨ ਤੋਂ ਜਿਹੜਾ ਡਿਸਟੈਂਸ ਉਹ ਇੰਕਰੀਜ਼ ਹੁੰਦਾ ਜਾਂ ਉਹ ਚੀਜ਼ ਤੁਹਾਨੂੰ ਉਨੀ ਹੀ ਛੋਟੀ ਦਿਖਣ ਲੱਗ ਜਾਂਦੀ ਹੈ। ਅਤੇ ਦੂਸਰਾ ਜਿਹੜਾ ਇਹਦਾ ਮੇਨ ਡਿਸਐਡਵਾਂਟੇਜ ਦਾ ਨਹੀਂ ਪ੍ਰੋਬਲਮ ਹੈਗੀ, ਉਹ ਹੈਗੀ ਹੈ ਵੈਨਿਸ਼ਿੰਗ ਪੁਆਇੰਟ। ਕਿ ਦੇਖੋ ਪ੍ਰੋਜੈਕਸ਼ਨ ਜਿਹੜੀ ਪਰਸਪੈਕਟਿਵ ਪ੍ਰੋਜੈਕਸ਼ਨ ਹੈਗੀ ਇਹਦੇ ਵਿੱਚ ਸਾਰੀਆਂ ਲਾਈਨਸ ਇੱਕ ਪੁਆਇੰਟ 'ਤੇ ਆ ਕੇ ਮਰਜ ਹੁੰਦੀਆਂ ਨਾ, ਸਾਨੂੰ ਇੱਦਾਂ ਲੱਗਦਾ ਕਿ ਸਾਰੀਆਂ ਲਾਈਨਸ ਇੱਕ ਜਗ੍ਹਾ 'ਤੇ ਜਾ ਕੇ ਮਿਲ ਗਈਆਂ। ਹੁਣ ਜਿਵੇਂ ਰੋਡ ਟਰੈਕ ਆ, ਹਾਲਾਂਕਿ ਰੋਡ ਟਰੈਕ ਕਦੇ ਵੀ ਮਿਲਦੇ ਨਹੀਂ, ਆਪਾਂ ਸੜਕ ਦੇਖੀਏ ਜਾਂ ਰੇਲਵੇ ਕ੍ਰੋਸਿੰਗ ਦੀ ਪਟੜੀ ਦੇਖੀਏ ਬੇਟਾ ਐਕਚੁਅਲ 'ਚ ਤਾਂ ਪੈਰਲਲ ਡਿਸਟੈਂਸ 'ਤੇ ਹੀ ਜਾ ਰਹੀ ਹੁੰਦੀ ਹੈ, ਬਟ ਜਦੋਂ ਅਸੀਂ ਦੇਖਦੇ ਹਾਂ ਠੀਕ ਹੈ ਇੱਕ ਪੁਆਇੰਟ 'ਤੇ ਖੜ੍ਹ ਕੇ ਆਪਾਂ ਲੰਬੀ ਨਿਗਾਹ ਮਾਰਦੇ ਹਾਂ ਤਾਂ ਸਾਨੂੰ ਇੱਦਾਂ ਲੱਗਦਾ ਕੁਛ ਕਿ ਉਹ ਰੇਲਵੇ ਦੀ ਲਾਈਨ ਜਿਹੜੀ ਹੈਗੀ ਇੱਕ ਜਗ੍ਹਾ 'ਤੇ ਜਾ ਕੇ ਮਿਲ ਗਈ। ਉਹੀ ਵੈਨਿਸ਼ਿੰਗ ਪੁਆਇੰਟ ਦਾ ਟੌਪਿਕ ਹੁੰਦਾ, ਅਤੇ ਇਹ ਇਲੂਜ਼ਨ ਸਾਨੂੰ ਜ਼ਰੂਰ ਰਹਿੰਦਾ ਗਾ ਪਰਸਪੈਕਟਿਵ ਪ੍ਰੋਜੈਕਸ਼ਨ ਦੇ ਵਿੱਚ, ਜੋ ਕਿ ਡਾਇਗਰਾਮ ਦੇ ਵਿੱਚ ਵੀ ਤੁਹਾਨੂੰ ਦਿਖਾਇਆ ਹੋਇਆ। ਹੁਣ ਨੈਕਸਟ ਗੱਲ ਕਰੀਏ ਟਾਈਪਸ ਆਫ ਪਰਸਪੈਕਟਿਵ ਪ੍ਰੋਜੈਕਸ਼ਨ। ਪਰਸਪੈਕਟਿਵ ਪ੍ਰੋਜੈਕਸ਼ਨ ਦੇ ਖੁਦ ਦੀਆਂ ਵੀ 3 ਟਾਈਪਸ ਨੇ, 1.2 ਪੁਆਇੰਟ ਅਤੇ 3 ਪੁਆਇੰਟ। ਤਾਂ ਪਰਸਪੈਕਟਿਵ ਪ੍ਰੋਜੈਕਸ਼ਨ ਦੇ ਟਾਈਪਸ ਨੂੰ ਕਲਾਸੀਫਾਈ ਕੀਤਾ ਜਾਂਦਾ ਉਹਦੇ ਵੈਨਿਸ਼ਿੰਗ ਪੁਆਇੰਟਸ ਦੇ ਉੱਪਰ, ਕਿ ਜਿਹੜੇ ਆ ਵੈਨਿਸ਼ਿੰਗ ਪੁਆਇੰਟ ਤੁਸੀਂ ਲੈ ਕੇ ਚੱਲ ਰਹੇ ਹੋਗੇ ਹੈ ਨਾ, ਆਪਾਂ ਉੱਪਰ ਕਵਰ ਕੀਤੇ ਆ। ਇਹ ਵੈਨਿਸ਼ਿੰਗ ਪੁਆਇੰਟ ਤੁਹਾਡੇ ਕਿਸੇ ਇੱਕ ਐਕਸਿਸ 'ਤੇ ਹੈ, ਜਿਵੇਂ ਐਕਸ ਐਕਸਿਸ 'ਤੇ ਹੈ, ਵਾਈ 'ਤੇ ਹੈ, ਜ਼ੈਡ 'ਤੇ ਹੈ ਤਾਂ ਉਹ 1 ਪੁਆਇੰਟ ਹੋਊਗਾ। ਜੇ ਦੋ ਕਿਸੇ ਐਕਸਿਸ 'ਤੇ ਹੈ ਤਾਂ 2 ਪੁਆਇੰਟ ਹੈ, ਤਿੰਨਾਂ 'ਤੇ ਹੈ ਤਾਂ 3 ਪੁਆਇੰਟ ਹੈ। ਜਿਹਨੂੰ ਕਿ ਆਪਾਂ ਡਾਇਗਰਾਮ ਦੇ ਥਰੂ ਕਵਰ ਕਰਦੇ ਹਾਂ ਤੁਹਾਨੂੰ ਈਜ਼ੀਲੀ ਕਲੀਅਰ ਹੋ ਜਾਊਗਾ। ਤਾਂ 1 ਪੁਆਇੰਟ ਪਰਸਪੈਕਟਿਵ ਪ੍ਰੋਜੈਕਸ਼ਨ ਦੇ ਵਿੱਚ ਕੀ ਹੈ, ਜੇ ਜਿਹੜੇ ਤੁਹਾਡੀ ਲਾਈਨਸ ਨੇ ਉਹ ਇੰਟਰਸੈਕਟ ਹੁੰਦੀਆਂ ਤੁਹਾਨੂੰ ਦਿਖਦੇ ਆ ਕਿਸੇ ਇੱਕ ਪ੍ਰਿੰਸੀਪਲ ਐਕਸਿਸ 'ਤੇ, ਕਿਸੇ ਵੀ ਇੱਕ ਐਕਸਿਸ 'ਤੇ ਐਕਸ 'ਤੇ ਜਾਂ ਵਾਈ 'ਤੇ ਜਾਂ ਜ਼ੈਡ 'ਤੇ, ਤਾਂ ਉਹਨੂੰ 1 ਪੁਆਇੰਟ ਪਰਸਪੈਕਟਿਵ ਪ੍ਰੋਜੈਕਸ਼ਨ ਬੋਲਿਆ ਜਾਂਦਾ ਗਾ। ਹੁਣ ਜਿਵੇਂ ਜਿਹੜੀ ਤੁਹਾਡੇ ਇੱਥੇ ਐਗਜ਼ਾਮਪਲ ਲਈ ਹੋਈ ਹੈ, ਐਗਜ਼ਾਮਪਲ ਦੇ ਵਿੱਚ ਇਹਨਾਂ ਨੇ ਦਿਖਾਇਆ ਗਾ ਜ਼ੈਡ ਦੇ ਉੱਪਰ,
ਕਿ ਇੱਥੇ Z ਐਕਸਿਸ 'ਤੇ ਜਿਹੜੀਆਂ ਤੁਹਾਡੀਆਂ ਪੁਆਇੰਟਸ ਨੇ ਉਹ ਜਿਹੜੀਆਂ ਲਾਈਨਸ ਨੇ ਉਹ ਜਾ ਕੇ ਵੈਨਿਸ਼ਿੰਗ ਪੁਆਇੰਟ ਤੁਹਾਡਾ ਹੋ ਰਿਹਾ ਹੈਗਾ ਕਿਸੇ ਇੱਕ ਉਹਨਾਂ ਨੇ ਕਿਹਾ ਸੀ ਨਾ ਕਿਸੇ ਇੱਕ ਐਕਸਿਸ ਦੇ ਜੇ ਉਹ ਪੈਰਲਲ ਆ ਤਾਂ ਜਿਵੇਂ Z ਦੇ ਆ ਤਾਂ ਇਹ ਸਾਡਾ ਹੋ ਗਿਆ 1 ਪੁਆਇੰਟ ਐਕਸਿਸ। ਹੁਣ ਜ਼ਰੂਰੀ ਨਹੀਂ ਉਹ Z ਦੀ ਹੋਊਗਾ, ਉਹ X 'ਤੇ ਵੀ ਹੋ ਸਕਦਾ, Y 'ਤੇ ਵੀ ਹੋ ਸਕਦਾ, Z 'ਤੇ ਵੀ ਹੋ ਸਕਦਾ ਸੀ ਇਹ ਜਿਹੜੀਆਂ ਸਾਰੇ ਪੁਆਇੰਟਸ ਨੇ ਅਸੀਂ X ਐਕਸਿਸ ਤੋਂ ਮੀਟ ਕਰਵਾਉਂਦੇ ਸਾਰੇ ਜੇ ਪੁਆਇੰਟ ਸਾਡੇ X ਐਕਸਿਸ 'ਤੇ ਆ ਕੇ ਮਿਲਦੇ ਵੇਟ ਸਾਰੇ ਪੁਆਇੰਟ ਜੇ ਸਪੋਜ਼ ਕਰੋ ਸਾਡੇ ਕਿਸੇ X ਐਕਸਿਸ 'ਤੇ ਆ ਕੇ ਮਿਲਦੀਆਂ ਸਾਰੀਆਂ ਲਾਈਨਸ ਤਾਂ ਅਸੀਂ ਇਹਨੂੰ ਫਿਰ ਵੀ 1 ਪੁਆਇੰਟ ਪਰਸਪੈਕਟਿਵ ਪ੍ਰੋਜੈਕਸ਼ਨ ਹੀ ਕਹਿੰਦੇ ਕਿ ਕਿਸੇ ਇੱਕ ਪ੍ਰਿੰਸੀਪਲ ਐਕਸਿਸ 'ਤੇ ਉਹ ਲਾਈਨਾਂ ਵੈਨਿਸ਼ਿੰਗ ਹੁੰਦੀਆਂ ਦਿਖਦੀਆਂ ਨੇ। ਹੁਣ ਇਹਦੇ ਵਿੱਚ ਵੀ ਕਾਫੀ ਸਾਰੇ ਮੈਟ੍ਰਿਕਸ ਹੈ ਬੇਟਾ, ਸਕਿਪ ਕਰ ਸਕਦੇ ਹੋ, ਚਾਹੋ ਤਾਂ ਸਿਰਫ ਇੰਨਾ ਲਿਖ ਸਕਦੇ ਹੋ ਜੇ ਲਿਖਣਾ ਚਾਹੋ, ਅਦਰਵਾਈਜ਼ ਜ਼ਰੂਰਤ ਵੀ ਨਹੀਂ ਕਿ ਸਿਰਫ ਥੈਟੀਕਲ ਪੁਆਇੰਟ ਤੋਂ ਕਵਰ ਕਰੋ ਕਿ ਜੇ ਤੁਹਾਡਾ ਜਿਹੜਾ ਪ੍ਰੋਜੈਕਟਰਸ ਨੇ ਉਹ X ਐਕਸਿਸ 'ਤੇ ਲੋਕੇਟਡ ਨੇ ਤਾਂ ਤੁਹਾਡਾ ਸੈਂਟਰ ਆਫ ਪ੍ਰੋਜੈਕਸ਼ਨ ਕੀ ਬਣੂਗਾ ਅਤੇ ਵੈਨਿਸ਼ਿੰਗ ਪੁਆਇੰਟ ਤੁਹਾਡਾ ਕੀ ਬਣੂਗਾ। ਇੱਦਾਂ ਹੀ ਅੱਛਾ ਇਹਦਾ ਸੀ ਜੇ X ਐਕਸਿਸ 'ਤੇ ਆ, ਹੁਣ ਉਹਦਾ ਕਿ ਜੇ Y ਐਕਸਿਸ 'ਤੇ ਲੋਕੇਟਡ ਆ ਫਿਰ ਤੁਹਾਡਾ ਸੈਂਟਰ ਆਫ ਪ੍ਰੋਜੈਕਸ਼ਨ ਕਿਹੜਾ ਬਣਦਾ ਅਤੇ ਹਾਂ ਫਿਰ ਤੁਹਾਡਾ ਸੈਂਟਰ ਆਫ ਪ੍ਰੋਜੈਕਸ਼ਨ ਕੌਣ ਬਣੂਗਾ ਅਤੇ ਵੈਨਿਸ਼ਿੰਗ ਪੁਆਇੰਟ ਕਿਹੜਾ ਬਣੂਗਾ। ਅਤੇ ਇੱਦਾਂ ਹੀ ਜੇ Z ਐਕਸਿਸ 'ਤੇ ਹੈ ਤਾਂ ਕਿਹੜਾ, ਤਾਂ ਇਹ ਚੀਜ਼ ਈਜ਼ੀ ਹੈ ਤਾਂ ਕਰਕੇ ਕਹਿ ਰਹੇ ਹਾਂ ਕਿ ਇਹ ਚੀਜ਼ ਤੁਸੀਂ ਕਵਰ ਕਰ ਲਓ ਪੇਪਰ 'ਚ ਕਿਉਂਕਿ ਇੱਥੇ ਸੀ ਜੇ Z ਹੈ ਤਾਂ Z ਦੀ ਜਗ੍ਹਾ ਉਹ ਵੈਲਿਊ ਰੱਖਣੀ ਹੈ, ਜੇ Y ਹੈ ਤਾਂ Y ਦੀ ਜਗ੍ਹਾ, X ਹੈ ਤਾਂ X ਦੀ ਜਗ੍ਹਾ ਉਹ ਵੈਲਿਊ ਪੁੱਟ ਕਰਨੀ ਹੈ। ਹੁਣ ਉਹਦਾ 2 ਪੁਆਇੰਟ ਪਰਸਪੈਕਟਿਵ ਪ੍ਰੋਜੈਕਸ਼ਨ ਜੇ ਤੁਹਾਡੇ ਜਿਹੜੇ ਵੈਨਿਸ਼ਿੰਗ ਪੁਆਇੰਟ ਨੇ ਕਿਸੇ 2 ਐਕਸਿਸ 'ਤੇ ਹੈਗੇ ਆ ਜਿਵੇਂ ਇੱਥੇ ਆਪਾਂ ਦਿਖਾਇਆ X ਐਕਸਿਸ 'ਤੇ ਅਤੇ Y ਐਕਸਿਸ 'ਤੇ ਦਿਖਾਇਆ ਠੀਕ ਹੈ, ਜਾਂ ਹੋ ਸਕਦਾ Y ਅਤੇ Z 'ਤੇ ਦਿਖਾਉਂਦੇ ਜਾਂ X Z 'ਤੇ ਦਿਖਾਉਂਦੇ ਅਤੇ ਜੇ 2 ਤੁਹਾਡੇ ਆ ਪ੍ਰਿੰਸੀਪਲ ਐਕਸਿਸ ਦੇ ਅਕੋਰਡਿੰਗ ਹੈ ਤਾਂ ਫਿਰ ਉਹਨੂੰ 2 ਪੁਆਇੰਟ ਪਰਸਪੈਕਟਿਵ ਪ੍ਰੋਜੈਕਸ਼ਨ ਕਹਿਣੇ ਹੈਗੇ। ਉਦੋਂ ਜਿਹੜੀ ਹੈਗੀ ਆ ਉਹੀਓ ਵਾਲੀ ਤੁਹਾਡੀ ਪੁਰਾਣੀ ਵਾਲੀ ਇਕੁਏਸ਼ਨ ਹੀ ਜਿਹੜੀ ਮੈਟ੍ਰਿਕਸ ਉਹੀਓ ਫੋਲੋ ਹੋ ਜੂਗੀ। ਉਹਦੇ ਵਿੱਚ ਆਪਾਂ ਸਿਰਫ P ਪਾਉਂਦੇ ਸੀ, ਹੁਣ 2 ਪੁਆਇੰਟਸ 'ਤੇ ਤਾਂ ਅਸੀਂ P ਦੇ ਨਾਲ Q ਵੀ ਪਾ ਕੇ ਚੱਲਾਂਗੇ ਅਤੇ ਇਹਦੇ ਵਿੱਚ ਵੀ ਤੁਸੀਂ ਚਾਹੋ ਤਾਂ ਇਹਦਾ ਜਿਹੜਾ ਫਾਰਮੂਲਾ ਹੈ ਉਹ ਇਸ ਤਰੀਕੇ ਨਾਲ ਲਿਖ ਸਕਦੇ ਹੋ। ਤਾਂ ਇਹਦੇ 'ਚ ਕਿਹਾ ਹੈ ਕਿ ਜੇ ਤੁਹਾਡੇ ਸੈਂਟਰ ਆਫ ਪ੍ਰੋਜੈਕਸ਼ਨ X ਐਕਸਿਸ ਅਤੇ Y ਐਕਸਿਸ 'ਤੇ ਤਾਂ ਤੁਹਾਡਾ ਕੀ ਫਾਰਮੂਲਾ ਬਣੂ, ਦੋਨੇ ਇਕੱਠੇ ਆ ਜਾਣਗੇ ਠੀਕ ਹੈ। ਤੁਹਾਡੇ ਵੈਨਿਸ਼ਿੰਗ ਪੁਆਇੰਟ ਕਿਹੜੇ ਨਿਕਲਣਗੇ ਉਹ ਦੋਨਾਂ ਦੇ ਅਕੋਰਡਿੰਗ ਤੁਸੀਂ ਚੱਕਣੇ ਹੋਣਗੇ। ਫਿਰ 3 ਪੁਆਇੰਟ ਜਦੋਂ ਤੁਹਾਡੇ ਜਿਹੜੀ ਵੈਨਿਸ਼ਿੰਗ ਹੈਗੀ ਆ ਉਹ ਤੁਹਾਡੇ ਤਿੰਨੇ ਐਕਸਿਸ 'ਤੇ ਆ, X 'ਤੇ ਵੀ ਆ, Y 'ਤੇ ਵੀ, Z 'ਤੇ ਵੀ, ਜਿਵੇਂ ਇੱਥੇ ਲਾਈਨ ਦੇ ਵਿੱਚ ਦਿਖਾਇਆ ਜਿਹੜੇ ਤੁਹਾਡੇ ਵੈਨਿਸ਼ਿੰਗ ਪੁਆਇੰਟ ਆ ਉਹ ਤਿੰਨੇ ਐਕਸਿਸ ਦੇ ਅਕੋਰਡਿੰਗ ਜਾ ਰਹੇ ਆ ਠੀਕ ਹੈ। ਤਾਂ ਉਦੋਂ ਤੁਸੀਂ ਫਿਰ ਕਿਵੇਂ ਲਿਖੋਗੇ ਤੁਹਾਡਾ ਸੈਂਟਰ ਆਫ ਪ੍ਰੋਜੈਕਸ਼ਨ ਕੌਣ ਹੋਊਗਾ ਅਤੇ ਵੈਨਿਸ਼ਿੰਗ ਪੁਆਇੰਟ ਕੌਣ ਹੋਣਗੇ। ਪੁਰਾਣੀ ਮੈਟ੍ਰਿਕਸ ਦੀ ਹੀ ਥਿਊਰੀ ਹੈ, ਉੱਥੋਂ ਹੀ ਚੱਕ ਕੇ ਤੁਸੀਂ ਇਹਨੂੰ ਲਿਖ ਸਕਦੇ ਹੋ। ਮੈਂ ਇਹਦੀ ਐਕਸਪਲੇਨੇਸ਼ਨ ਨਹੀਂ ਦੇ ਰਹੀ ਕਿ ਕਿਉਂ ਕੀਤੀ ਹੈ ਕਿਵੇਂ ਕੀਤੀ ਹੈ, ਤਾਂ ਤੁਸੀਂ ਟੂ ਦਾ ਪੁਆਇੰਟ ਆ ਜਿਹੜੇ ਫਾਰਮੂਲੇਜ਼ ਨੇ ਚਾਹੋ ਤਾਂ ਲਿਖ ਸਕਦੇ ਹੋ। ਇਹ ਸੀ ਸਾਡਾ ਟੌਪਿਕ ਪਰਸਪੈਕਟਿਵ ਅਤੇ ਨੈਕਸਟ ਵੀਡੀਓ 'ਚ ਕਵਰ ਕਰਦੇ ਆ ਪੈਰਲਲ ਪ੍ਰੋਜੈਕਸ਼ਨ।